ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਕਿਉਂ ਨਹੀਂ ਫਿਰ ਰਾਬਤਾ ਕਾਇਮ ਹੋਇਆ? ਕਿਉਂ ਨਹੀਂ ਪੰਥਕ ਧਿਰਾਂ ਇਕੱਠੀਆਂ ਹੋ ਕੇ ਸਾਂਝੇ ਉਮੀਦਵਾਰ ਦੇ ਵਜੋਂ ਸਿਮਰਜੀਤ ਸਿੰਘ ਮਾਨ ਨੂੰ ਚੁਣ ਪਾਈਆਂ? ਕਿਉਂ ਨਹੀਂ ਉਹਨਾਂ ਦੀ ਮੰਗ ਦੇ ਉੱਤੇ ਹੀ ਪਹਿਰਾ ਬਾਕੀ ਪੰਥਕ ਧਿਰਾਂ ਦੇ ਵੱਲੋਂ ਦਿੱਤਾ ਗਿਆ? ਮਾਨ ਸਾਹਿਬ ਨੂੰ ਇਹ ਬੇਨਤੀ ਸੀਗੀ ਕਿ ਮਾਨ ਸਾਹਿਬ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀ, ਪੂਰੀ ਕੌਮ ਨੇ ਤੁਹਾਡਾ ਸਾਥ ਦਿੱਤਾ ਸੀ। ਅੱਜ ਸਾਡੇ ਵੀਰ ਜੀ ਹੁਣੀ ਜੇਲ੍ਹਾਂ ਦੇ ਵਿੱਚ ਬੰਦ ਨੇ, ਫਾਂਸੀ ਦੇ ਤਖਤੇ ਤੇ ਖੜੇ ਨੇ, ਤੇ ਮਾਨ ਸਾਹਿਬ ਜੀ ਤੁਸੀਂ ਆਪਦੇ ਘਰ ਚੋਂ ਸਾਡੇ ਤਾਂ ਉਜੜੇ ਹੋਏ ਘਰ ਆ ਜੀ, ਤੇ ਸਾਡੇ ਘਰ ਵੀਰ ਜੀ ਹੁਣਾਂ ਨੂੰ ਉਡੀਕਦੇ ਰਹੇ ਨੇ। ਸਾਡੀਆਂ ਤਾਂ ਕੰਧਾਂ ਵੀ ਵਾਸਤਾ ਪਾਉਂਦੀਆਂ ਨੇ ਮਾਨ ਸਾਹਿਬ ਨੂੰ, ਤੇ ਸਾਡੀ ਤਾਂ ਇਹੀ ਆ ਕਿ ਮਾਨ ਸਾਹਿਬ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ। ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਸਾਡੇ ਵੀਰ ਬੈਠੇ ਨੇ, ਵੀ ਉਹਨਾਂ ਦੇ ਜੇਲ੍ਹਾਂ ਦੇ ਜੀਵਨ ਦਾ ਜਿਹੜਾ ਜੇਲ੍ਹ ਜੀਵਨ ਦੀ ਪੀੜ ਆ, ਉਹਦਾ ਦਰਦ ਜਾਂ ਤਾਂ ਉਹ ਬੰਦੀ ਸਿੰਘ ਜਾਣਦੇ ਨੇ ਜਾਂ ਉਹਨਾਂ ਦੇ ਪਰਿਵਾਰ ਜਾਣਦੇ ਨੇ ਜਿਨ੍ਹਾਂ ਨੇ ਪਿੱਛੇ ਸੰਘਰਸ਼ ਕੀਤਾ। ਪੂਰੇ ਦੇਸ਼ 'ਚ ਵੀਰ ਜੀ ਦਾ ਇੱਕ ਕੇਸ ਉਦਾਹਰਨ ਹੈ ਕਿ 28 ਸਾਲਾਂ ਬਾਅਦ ਵੀ ਫੈਸਲਾ ਨਹੀਂ ਹੋ ਰਿਹਾ, ਤੇ ਸਿੱਖਾਂ ਦਾ ਕੋਈ ਵੀ ਕਾਤਲ ਅੱਜ ਤੱਕ ਜੇਲ੍ਹਾਂ 'ਚ ਨਹੀਂ ਹੈਗਾ। ਅਸੀਂ ਦੇਖੋ, ਸਾਡਾ ਤਾਂ ਇੱਕ ਸੁਨੇਹਾ ਗਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਅਸੀਂ ਇੱਕ ਕੇਂਦਰ ਨੂੰ ਸੁਨੇਹਾ ਹੋਏਗਾ, ਤੇ ਇਹੀ ਸੰਗਰੂਰ ਦਾ ਹਲਕਾ ਮਲੇਰਕੋਟਲਾ, ਜਿੱਥੋਂ ਸਾਡੇ ਜਿਹੜੇ ਨਵਾਬ ਸ਼ੇਰ ਮੁਹੰਮਦ ਖਾਨ ਸੀਗੇ, ਉਹਨਾਂ ਨੇ ਸਾਡੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀਗਾ। ਤੇ ਮੇਰੀ ਤਾਂ ਇਹ ਅਪੀਲ ਆ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਲਾਲਾਂ ਲਈ ਹਾਂ ਦਾ ਨਾਰਾ ਮਾਰਿਆ ਸੀ। ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਵੀ ਗੁਰੂ ਸਾਹਿਬ ਜੀ ਦੇ ਸਿੱਖ ਨੇ, ਗੁਰੂ ਸਾਹਿਬ ਜੀ ਦੇ ਲਾਲ ਨੇ, ਤੇ ਉਹਨਾਂ ਦੇ ਲਈ ਕਿ ਹਾਂ ਦਾ ਨਾਰਾ, ਜਿਹੜੀ ਤੁਸੀਂ ਸਾਨੂੰ ਵੋਟ ਪਾਓਗੇ, ਉਹਨਾਂ ਦੇ ਲਈ ਇੱਕ ਹਾਂ ਦਾ ਨਾਰਾ ਹੋਊਗੀ। ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਇਸ ਵਾਰ ਮੁਕਾਬਲਾ ਕੁਝ ਵੱਖਰਾ ਹੈ। ਜਿੱਥੇ ਆਮ ਆਦਮੀ ਪਾਰਟੀ ਵਾਸਤੇ ਇਹ ਪਹਿਲਾ ਉਹਨਾਂ ਦਾ ਸਿਆਸੀ ਇਮਤਿਹਾਨ ਹੈ, ਉੱਥੇ ਗੱਲ ਕਰੀਏ ਸਿਆਸੀ ਪੰਥਕ ਧਿਰਾਂ ਦੀ, ਤਾਂ ਸਭ ਨੇ ਇੱਕ ਇਕੱਠਿਆਂ ਹੋਕਾ ਦਿੱਤਾ ਸੀ ਕਿ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਔਰ ਸਾਂਝਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨ। ਹਾਲਾਂਕਿ ਗੱਲਬਾਤ ਸ਼ੁਰੂ ਹੁੰਦੀ ਹੈ ਪਰ ਕਿਸੇ ਤਣਪੱਤਣ ਨਹੀਂ ਲੱਗਦੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਮੈਦਾਨ ਦੇ ਵਿੱਚ ਉਤਾਰਦਾ ਹੈ। ਸਾਡੇ ਨਾਲ ਬੀਬੀ ਕਮਲਦੀਪ ਕੌਰ ਰਾਜੋਆਣਾ ਨਹੀਂ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿਵੇਂ ਪ੍ਰਚਾਰ ਕਰ ਰਹੇ ਨੇ, ਸਮਾਂ ਬਹੁਤ ਥੋੜਾ ਹੈ ਔਰ ਕਿਵੇਂ ਲੋਕਾਂ ਦੇ ਵਿੱਚ ਮੁੱਦੇ ਲੈ ਕੇ ਜਾ ਰਹੇ ਨੇ। ਬੀਬੀ ਜੀ, ਸਵਾਗਤ ਹੈ ਪ੍ਰੋ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ, ਪਹਿਲਾਂ ਤੁਹਾਡੇ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਚੋਣ ਨਹੀਂ ਲੜਨੀ, ਪਹਿਲਾਂ ਇਹ ਕਿਹਾ ਜਾਂਦਾ ਹੈ, ਔਰ ਉਸ ਤੋਂ ਬਾਅਦ ਫਿਰ ਹਾਮੀ ਭਰ ਦਿੱਤੀ ਜਾਂਦੀ ਹੈ ਕਿ ਹਾਂਜੀ ਹੁਣ ਅਸੀਂ ਤਿਆਰ ਹੈਗੇ ਹਾਂ। ਕੀ ਹੁੰਦਾ ਹੈ ਜ਼ਿਹਨ ਦੇ ਵਿੱਚ, ਕੀ ਚੱਲ ਰਿਹਾ ਹੁੰਦਾ? ਨਹੀਂ, ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਸੀ, ਸਾਡੇ ਕੋਲੇ ਘਰੇ ਆਏ ਤੇ ਉਮੀਦਵਾਰ ਐਲਾਨਗੇ, ਸੰਤ ਸਮਾਜ ਦੇ ਸੀ, ਬੰਦੀ ਸਿੰਘਾਂ ਦੇ ਪਰਿਵਾਰ ਸੀ, ਹੋਰ ਵੀ ਸਾਨੂੰ ਇਹੋ ਜਿਹੇ ਜਿਹੜੇ ਕਿ ਸਿੰਘ ਅੱਗੇ ਨਹੀਂ ਆਉਂਦੇ ਹੈਗੇ ਲੇਕਿਨ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਏ ਨੇ ਜਾਂ ਪੈਰੋਲਾਂ ਤੇ ਨੇ, ਉਹਨਾਂ ਨੇ ਵੀ ਫੋਨ ਕਰਕੇ ਕਿਹਾ ਕਿ ਭੈਣ ਜੀ ਅਸੀਂ ਤੁਹਾਡਾ ਨਾਮ ਰਿਕਮੈਂਡ ਕੀਤਾ ਗਾ। ਅਸੀਂ ਨਾ ਉਸ ਵਕਤ ਕਿ ਨਾ ਕਰਤੀ ਸੀ ਜੀ। ਫਿਰ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੀ ਸੀਨੀਅਰ ਲੀਡਰਸ਼ਿਪ ਆਈ, ਤੇ ਫਿਰ ਸਾਨੂੰ ਕਿ ਉਹਨਾਂ ਸਿੰਘਾਂ ਦੇ ਵੀ ਫੋਨ ਆਏ ਸਭ ਦੇ ਕਿ ਭੈਣ ਜੀ ਅਸੀਂ ਤਾਂ ਤੁਹਾਡਾ ਨਾਂ ਰਿਕਮੈਂਡ ਕੀਤਾ ਗਾ। ਫਿਰ ਅਸੀਂ ਜਾ ਕੇ ਵੀਰ ਜੀ ਰਾਜੋਆਣਾ ਜੀ ਨੂੰ ਦੱਸਿਆ, ਤੇ ਫਿਰ ਵੀਰ ਜੀ ਰਾਜੋਆਣਾ ਜੀ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ, ਸਾਰੀਆਂ ਜਥੇਬੰਦੀਆਂ ਸਾਰੇ ਕਹਿ ਰਹੇ ਨੇ, ਇਸ ਕਰਕੇ ਵੀਰ ਜੀ ਨੇ ਇਸ ਹੁਕਮ ਨੂੰ ਮੰਨਿਆ ਜੀ। ਤੁਹਾਡੀ ਮੈਂ ਵੀਡੀਓ ਵੀ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ, ਮਹਿਰਾਜ ਪਿੰਡ ਦੇ ਉਸ ਖੰਡਰ ਘਰ ਤੋਂ ਤੁਸੀਂ ਜਿਸ ਤਰੀਕੇ ਦੇ ਨਾਲ ਇੱਕ ਭਾਵੁਕ ਅਪੀਲ ਕੀਤੀ, ਕਿਵੇਂ ਵੇਖਦੇ ਹੋ ਅੱਜ ਜਦੋਂ ਉਸ ਜਗ੍ਹਾ ਦੇ ਉੱਤੇ ਜਾਂਦੇ ਹੋ, ਜਦੋਂ ਚੀਜ਼ਾਂ ਪੁਰਾਣੀਆਂ ਰੀਕਾਲ ਹੁੰਦੀਆਂ? ਦਰਸ਼ਕਾਂ ਨੂੰ ਮੈਂ ਜ਼ਰੂਰ ਕਹਾਂਗਾ ਤੁਸੀਂ ਉਸ ਚੀਜ਼ਾਂ, ਉਹ ਪਲ ਸਾਂਝੇ ਕਰੋ, ਕਿਵੇਂ ਸੰਤਾਪ ਪਰਿਵਾਰ ਨੂੰ ਤੁਹਾਡੇ ਭੋਗਣਾ ਪਿਆ ਔਰ ਕਿਹੜੇ ਦਿੱਕਤਾਂ ਦੇ ਵਿੱਚੋਂ ਤੁਸੀਂ ਨਿਕਲ ਕੇ ਬਾਹਰ ਆਏ? ਅਸੀਂ ਤੁਹਾਨੂੰ ਦੱਸੀਏ ਜੀ, ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਉਹਨਾਂ ਚਿਰ ਉਹ ਘਰ ਨਹੀਂ ਜਾਵਾਂਗੇ ਜਿੰਨਾ ਚਿਰ ਵੀਰ ਜੀ ਨਹੀਂ ਆ ਜਾਂਦੇ ਹੈਗੇ। ਫਿਰ ਉਸ ਦਿਨ ਪਿੰਡ ਉੱਥੇ ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਗਏ, ਉੱਥੇ ਆਸ਼ੀਰਵਾਦ ਲਿਆ, ਅਰਦਾਸ ਕੀਤੀ, ਫਿਰ ਅਸੀਂ ਆਪਣੇ ਘਰ ਗਏ। ਘਰ ਤੋਂ ਸ਼ੁਰੂ ਕੀਤਾ। ਘਰ ਤਾਂ ਇਹ ਸੀ ਜੀ ਕਿ 84 ਤੋਂ ਬਾਅਦ ਸਾਡੇ ਪਰਿਵਾਰ ਨੇ 80-90 ਦੇ ਦਹਾਕੇ 'ਚ ਬਹੁਤ ਸੰਤਾਪ ਹੰਢਾਇਆ। ਮੇਰੇ ਵੱਡੇ ਭੈਣ ਜੀ ਨੂੰ SSP ਕਾਲੋਂ ਸੀ ਜੀ, ਉਹਨੇ ਪਹਿਲਾਂ ਸਾਡੇ ਡੈਡੀ ਜੀ, ਮੰਮੀ ਜੀ, ਮੇਰੇ ਵੱਡੇ ਭੈਣ ਜੀ, ਮੇਰੇ ਜੀਜਾ ਜੀ, ਸਾਰੇ ਪੁਲਿਸ ਨੇ ਚੱਕ ਲਏ ਸੀ ਜੀ। ਤੇ ਉਸ ਤੋਂ ਬਾਅਦ ਉਹਨੇ ਘਰ ਨੂੰ ਅੱਗ ਲਾਉਣ ਦੇ ਆਰਡਰ ਕਰਤੇ ਸੀਗੇ, ਸਾਡੇ ਘਰ ਦਾ ਸਾਰਾ ਸਮਾਨ ਲੈ ਗਏ ਸੀਗੇ ਜੀ। ਤੇ ਉਸ ਤੋਂ ਬਾਅਦ ਫਿਰ ਮੇਰੇ ਵੱਡੇ ਭੈਣ ਜੀ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ।
ਕੁਛ ਦਿਨ ਹੀ ਹਜੇ ਵਿਆਹ ਨੂੰ ਹੋਏ ਸੀ। ਫਿਰ ਉਸ ਤੋਂ ਬਾਅਦ ਹੀ 4-5 ਮਹੀਨੇ ਬਾਅਦ ਹੀ ਮੇਰੇ ਜਿਹੜੇ ਵੀਰ ਜੀ ਸੀਗੇ ਭਾਈ ਹਰਪਿੰਦਰ ਸਿੰਘ ਗੋਲਡੀ, ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਕਰਾਰ ਦੇ ਕੇ ਇਹਨਾਂ ਨੇ ਕਤਲ ਕਰਕੇ ਤੇ ਉਹਨਾਂ ਨੂੰ ਉਹ ਕਰ ਦਿੱਤਾ। ਮਤਲਬ ਸਾਡੇ ਫਾਦਰ ਸਾਹਿਬ ਆਰਮੀ 'ਚ ਸੀ ਜੀ, ਮਤਲਬ ਖੁਸ਼ਹਾਲ ਪਰਿਵਾਰ ਸੀਗਾ ਤੇ ਮਤਲਬ ਫਾਦਰ ਸਾਹਿਬ ਨੂੰ ਤਾਂ ਦੋਨਾਂ ਬੱਚਿਆਂ ਦਾ ਸੰਸਕਾਰ ਕਰਨ ਦਾ ਵੀ ਮਿਲਿਆ ਨਹੀਂ ਮੌਕਾ ਤੇ ਸਾਡੇ ਪਰਿਵਾਰ ਨੇ ਇੰਨਾ ਕੁ ਤਸ਼ੱਦਦ ਸਿਹਾ। ਫਿਰ ਉਸ ਤੋਂ ਬਾਅਦ ਮਤਲਬ ਵੀਰ ਜੀ ਰਾਜੋਆਣਾ ਜੀ ਦਾ ਵੀਰ ਜੀ ਗੋਲਡੀ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਵੀਰ ਜੀ ਰਾਜੋਆਣਾ ਜੀ ਇੱਕ ਤਰ੍ਹਾਂ ਗੋਲਡੀ ਵੀਰ ਜੀ ਦੇ ਹੀ ਫਰਜ਼ ਨਿਭਾਉਣ ਆਏ ਸੀ। ਮੰਮੀ ਡੈਡੀ ਵੀ ਇੰਨਾ ਪਿਆਰ ਕਰਦੇ ਸੀਗੇ ਕਿ ਵੀਰ ਜੀ ਨੂੰ ਮੰਮੀ ਡੈਡੀ ਨੇ ਪਿਛਲੇ ਪਾਸੇ ਲੈ ਕੇ ਜਾਣਾ ਚਾਹੂੰਗਾ ਔਰ ਜਾਣਨਾ ਚਾਹੂੰਗਾ ਕਿਵੇਂ ਤੁਹਾਡੇ ਫੈਮਿਲੀ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ, ਕਿਉਂ ਤੁਹਾਡੇ ਪਰਿਵਾਰ ਦੇ ਉੱਤੇ ਹੀ ਇਹ ਸਾਰਾ ਤਸ਼ੱਦਦ ਢਾਇਆ ਜਾਂਦਾ ਹੈ? ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਉਸ ਦੌਰ ਦੇ ਵਿੱਚ ਜੋ ਚੱਲ ਰਿਹਾ ਸੀ ਉਸ ਲਹਿਰ ਦਾ ਕੋਈ ਹਿੱਸਾ ਬਣਿਆ ਜਾਂ ਫਿਰ ਕਿਵੇਂ ਇਹ ਤੁਹਾਡਾ ਪਰਿਵਾਰ ਨਾਲ ਜੁੜਦਾ ਹੈ? ਹਾਂਜੀ ਵੀਰ ਜੀ ਕਾਲਜ ਪੜ੍ਹਦੇ ਹੁੰਦੇ ਸੀ, ਕਾਲਜ ਤੋਂ ਮਤਲਬ ਕਿ ਲਹਿਰ ਦਾ ਹਿੱਸਾ ਬਣੇ। ਉਹ ਵੀ ਮਤਲਬ ਇਸ ਤਰ੍ਹਾਂ ਸੀਗਾ ਕਿ ਵੀਰ ਜੀ ਨੇ ਕਿਸੇ ਜ਼ਖਮੀ ਸਿੰਘ ਦੀ ਮਦਦ ਕੀਤੀ ਸੀ ਜੀ। ਉਸ ਜ਼ਖਮੀ ਸਿੰਘ ਨੂੰ ਪਿੰਡ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਉੱਥੇ ਹੀ ਬਾਹਰ ਹੀ ਰੱਖਿਆ ਸੀਗਾ। ਸਾਰੇ ਪਿੰਡ ਨੇ ਮਦਦ ਕੀਤੀ ਪਰ ਉਸ ਜ਼ਖਮੀ ਸਿੰਘ ਸੀਗਾ ਜਿਹੜਾ, ਉਹਨੂੰ ਪੁਲਿਸ ਨੇ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾਤਾ ਸੀ ਜੀ। ਤਾਂ ਇਹ ਚੀਜ਼ ਦਾ ਵੀਰ ਜੀ ਤੇ ਬਹੁਤ ਅਸਰ ਸੀਗਾ। ਫਿਰ ਉਸ ਟਾਈਮ ਦੇ ਹਾਲਾਤ ਇਹੋ ਜਿਹੇ ਸੀਗੇ ਕਿ ਪੁਲਿਸ ਘਰਾਂ ਤੋਂ ਚੱਕ ਕੇ ਨੌਜਵਾਨਾਂ ਨੂੰ ਮਾਰ ਰਹੀ ਸੀਗੀ। ਇਸ ਲਈ ਮੇਰੇ ਜਿਹੜੇ ਵੀਰ ਜੀ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਕਹਿੰਦੇ ਕਿ ਹੁਣ ਮੈਨੂੰ ਮਤਲਬ ਕਿ ਪੁਲਿਸ ਨੇ ਮਾਰਤਾ ਦੇਣਾ ਜਾਂ ਲਹਿਰ 'ਚ ਸ਼ਾਮਲ ਹੋ ਗਏ ਸੀ ਜੀ। ਔਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਦੁੱਖ ਆਉਂਦਾ ਹੈ ਪਰਿਵਾਰ ਦੇ ਉੱਤੇ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਕਿਵੇਂ ਰਾਬਤਾ ਹੁੰਦਾ ਹੈ, ਕਿਵੇਂ ਪਰਿਵਾਰਕ ਸਾਂਝ ਜਿਹੜੀ ਆ ਉਹਨਾਂ ਦੇ ਨਾਲ ਬਣਦੀ ਹੈ? ਵੀਰ ਜੀ ਦੀ ਮੁਲਾਕਾਤ ਗੋਲਡੀ ਵੀਰ ਜੀ ਨਾਲ ਹੋਈ ਸੀ ਜੀ ਤੇ ਗੋਲਡੀ ਵੀਰ ਜੀ ਹਜੇ ਜਿਉਂਦੇ ਸੀਗੇ ਜਦੋਂ ਵੀਰ ਜੀ ਰਾਜੋਆਣਾ ਜੀ ਮੰਮੀ ਡੈਡੀ ਨੂੰ ਆ ਕੇ ਮਿਲਦੇ ਸੀਗੇ ਜੀ। ਤੇ ਉਸ ਤੋਂ ਬਾਅਦ ਜਦੋਂ ਗੋਲਡੀ ਵੀਰ ਜੀ ਸ਼ਹੀਦ ਹੋ ਗਏ ਤਾਂ ਇਹ ਵੀਰ ਜੀ ਫਿਰ ਰਾਜੋਆਣਾ ਜੀ ਮੰਮੀ ਡੈਡੀ ਕੋਲੇ ਆ ਗਏ ਸੀ ਜੀ ਤੇ ਮੰਮੀ ਡੈਡੀ ਨੇ ਮਤਲਬ ਵੀਰ ਜੀ ਨੂੰ ਆਪਦਾ ਬੇਟਾ ਬਣਾ ਲਿਆ ਸੀ ਜੀ। ਉਦੋਂ ਪਰਿਵਾਰ ਇੱਕੋ ਹੀ ਹੁੰਦਾ ਸੀ, ਸਾਰੇ ਇਕੱਠੇ ਰਹਿਣਾ? ਹਾਂਜੀ ਮੇਰੀ ਉਮਰ ਤਾਂ ਜੀ 15 ਸਾਲ ਸੀਗੀ ਜਦੋਂ ਮੇਰੇ ਭੈਣ ਭਰਾ ਸ਼ਹੀਦ ਹੋਏ ਆ। ਜਦੋਂ ਮਤਲਬ ਵੀਰ ਜੀ ਨੂੰ ਆਪਦਾ ਬੇਟਾ ਬਣਾਇਆ ਮੇਰੀ ਉਮਰ ਸਿਰਫ 15 ਸਾਲ ਸੀ ਜੀ। ਤੇ ਉਸ ਤੋਂ ਬਾਅਦ ਮਤਲਬ ਵੀ ਸਾਡੇ ਘਰੇ ਮਤਲਬ ਇੰਨਾ ਕੁ ਦੁੱਖ, ਇੰਨੀ ਕੁ ਚੁੱਪ ਸੀਗੀ ਕਿ ਵੀਰ ਜੀ ਨੇ ਮਤਲਬ ਉਸ ਦੁੱਖ ਚੋਂ ਹੀ ਕੌਮ ਦਾ ਦਰਦ ਦੇਖਿਆ ਜੀ। ਵੀ ਇਹ ਪਰਿਵਾਰ ਇਕੱਲਾ ਮਤਲਬ ਸਾਡਾ ਪਰਿਵਾਰ ਨਹੀਂ ਸੀਗਾ ਜਿਹੜਾ ਇਸ ਤਰ੍ਹਾਂ ਉਜਾੜਿਆ ਸੀ, ਬਹੁਤ ਸਾਰੇ ਮਤਲਬ ਸ਼ਹੀਦਾਂ ਦੇ ਪਰਿਵਾਰ ਸੀਗੇ, ਬਹੁਤ ਸਾਰੇ ਮਤਲਬ ਇਸੇ ਤਰ੍ਹਾਂ ਨੌਜਵਾਨਾਂ ਨੂੰ ਅਣਪਛਾਤੀ ਲਾਸ਼ ਕਰਾਰ ਦਿੱਤਾ ਗਿਆ ਸੀ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਪਰਿਵਾਰ ਜੀ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰ ਸੀਗੇ ਤੇ ਵੀਰ ਜੀ ਨੇ ਫਿਰ ਇਸ ਤੋਂ ਬਾਅਦ 31 ਅਗਸਤ ਨੂੰ ਜੋ ਕੁਝ ਵੀ ਹੋਇਆ ਜੀ ਉਦੋਂ ਵੀ ਵੀਰ ਜੀ ਰਾਤ ਨੂੰ ਸਾਡੇ ਘਰੇ ਆਏ। ਫਿਰ ਉਸ ਤੋਂ ਬਾਅਦ ਸਾਡੇ ਪਰਿਵਾਰ ਨੇ ਫਿਰ ਤਸ਼ੱਦਦ ਦਾ ਸਾਹਮਣਾ ਕੀਤਾ। ਫਿਰ ਮੰਮੀ ਡੈਡੀ ਜਿੰਨਾ ਚਿਰ ਸਾਡੇ ਜਿਉਂਦੇ ਸੀ ਜੀ ਉਹ ਮੁਲਾਕਾਤਾਂ ਕਰਦੇ ਰਹੇ ਤੇ ਉਸ ਤੋਂ ਬਾਅਦ ਸਾਡੇ ਮਦਰ ਵੀ ਨਹੀਂ ਰਹੇ। ਫਾਦਰ ਸਾਹਿਬ ਮਦਰ ਤੋਂ ਬਾਅਦ ਮਤਲਬ ਕਿ ਬਹੁਤ ਉਹ ਹੋ ਗਏ ਸੀਗੇ, ਬਿਮਾਰ ਹੋ ਗਏ ਸੀਗੇ ਤੇ ਇੱਕੋ ਵਾਰੀ ਪੈਰੋਲ ਦੇ ਉੱਤੇ ਆਉਣ ਦਾ ਮੌਕਾ ਮਿਲਿਆ ਸੀਗਾ, ਉਹ ਵੀ ਭੋਗ ਦੇ ਉੱਤੇ। ਮਤਲਬ ਫਾਦਰ ਸਾਹਿਬ ਜਿਹੜੇ ਸੀਗੇ ਜਦੋਂ ਹੁਣ ਉਹਨਾਂ ਦੇ ਸਵਰਗਵਾਸ ਹੋਇਆ, ਅੰਤਿਮ ਅਰਦਾਸ 1 ਘੰਟੇ ਦੀ ਪੈਰੋਲ ਦਿੱਤੀ ਹੈ ਜੀ। ਉਹ ਵੀ ਅਸੀਂ ਹਾਈ ਕੋਰਟ ਗਏ, ਹਾਈ ਕੋਰਟ ਦੇ ਵਿੱਚ ਫਾਦਰ ਸਾਹਿਬ ਦੇ ਅਡਾਪਸ਼ਨ ਦੇ ਕਾਗਜ਼ ਲਾਏ। CBI ਨੇ ਮਤਲਬ ਸਾਨੂੰ ਕੇਸ ਦੇ ਵਿੱਚ ਮੰਮੀ ਡੈਡੀ ਸਾਰਾ ਕੁਝ ਉਵੇਂ ਹੀ ਲਿਖਿਆ ਹੋਇਆ ਸੀਗਾ। ਫਿਰ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਜੀ। ਅੱਜ ਹੁਣ ਲੋਕਾਂ ਦੇ ਵਿੱਚ ਜਾ ਰਹੇ ਹੋ, ਕੀ ਸੁਨੇਹਾ ਲੈ ਕੇ ਜਾ ਰਹੇ ਹੋ, ਕਿਵੇਂ ਪ੍ਰਚਾਰ ਕਰ ਰਹੇ ਹੋ, ਕੀ ਅਪੀਲ ਕਰ ਰਹੇ ਹੋ ਤੁਸੀਂ ਸੰਗਰੂਰ ਵਾਸੀਆਂ ਨੂੰ? ਕਿਉਂਕਿ ਇੱਕ ਪਰਿਵਾਰ ਦਾ ਜੋ ਇਹ ਦਰਦ ਹੈ ਔਰ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਹੈ, ਪਰ ਓਵਰਆਲ ਜੇ ਸੰਗਰੂਰ ਕੌਂਸਟੀਟਿਊਂਸੀ ਦੀ ਗੱਲ ਕਰੀਏ ਲੱਗਦਾ ਉਹ ਦਰਦ ਸਮਝ ਪਾ ਰਹੇ ਨੇ ਉਹ? ਦੇਖੋ ਸਾਡਾ ਤਾਂ ਮਤਲਬ ਇੱਕ ਸੁਨੇਹਾ ਗਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਅਸੀਂ ਮਤਲਬ ਇੱਕ ਕੇਂਦਰ ਨੂੰ ਸੁਨੇਹਾ ਹੋਏਗਾ। ਤੁਸੀਂ ਦੇਖੋ ਕਿ ਸਿੱਖਾਂ ਦਾ ਮਤਲਬ ਮੈਂ ਕਹਿੰਦੀ ਹਾਂ ਪੂਰੇ ਦੇਸ਼ 'ਚ ਵੀਰ ਜੀ ਦਾ ਇੱਕ ਕੇਸ ਉਦਾਹਰਨ ਹੈ ਕਿ 28 ਸਾਲਾਂ ਬਾਅਦ ਵੀ ਫੈਸਲਾ ਨਹੀਂ ਹੋ ਰਿਹਾ ਤੇ ਸਿੱਖਾਂ ਦਾ ਕੋਈ ਵੀ ਕਾਤਲ ਅੱਜ ਤੱਕ ਜੇਲ੍ਹਾਂ 'ਚ ਨਹੀਂ ਹੈਗਾ। ਅਸੀਂ